ਅੱਜ ਕਿਸਾਨ ਲੜਦੇ ਆ ਤਾਂ ਉਹ ਅੱਤਵਾਦੀ ਹੋ ਗਏ, ਕੱਲ ਤੁਸੀਂ ਸਾਡੇ ਤੇ ਇਹੀ ਟੈਗ ਲਗਾ ਦੋਗੇ ਜੀ ਇਹ ਬਾਗੀ ਹੋ ਗਏ। ਤੁਸੀਂ ਦੱਸੋ ਵੀ ਕੁੜੀਆਂ ਜਾਣ ਕਿੱਥੇ? 11 ਮੰਥ ਹੋ ਗਏ, ਤੁਸੀਂ ਕਿਉਂ ਨਹੀਂ ਪੁੱਛਿਆ ਜਾ ਰਿਹਾ ਕਿ ਕੁੜੀ ਦੀਆਂ ਵੀਡੀਓਜ਼ ਆ ਰਹੀਆਂ ਨੇ, ਕੁੜੀ ਕਿਉਂ ਇਦਾਂ ਦਰ ਦੀਆਂ ਠੋਕਰਾਂ ਖਾ ਰਹੀ ਆ? ਸਮਝ ਨਹੀਂ ਆ ਰਹੀ ਕਿ ਪੁਲਿਸ ਬਣੀ ਕਿਸ ਚੀਜ਼ ਲਈ ਹੈ। ਡੀਜੀਪੀ ਤੱਕ ਕਹਿ ਰਹੀ ਹੈ ਕਿ ਸਾਡੀ ਉੱਥੇ ਤੱਕ ਪਹੁੰਚ ਆ, ਸਾਡੀ ਉੱਥੇ ਤੱਕ ਪਹੁੰਚ। ਮੈਨੂੰ ਮੇਰੇ ਘਰ ਪਹੁੰਚਾਇਆ ਜਾਵੇ, ਮੇਰੀ ਮਾਂ ਦੇ ਕੋਲ ਪਹੁੰਚਾਇਆ ਜਾਵੇ। ਬਸ ਮੈਂ ਆਪਣੀ ਮੰਮਾ ਬਿਨਾਂ ਨਹੀਂ ਰਹਿ ਸਕਦੀ, ਉਹਨਾਂ ਦਾ ਇਲਾਜ ਕਰਾਉਣਾ। ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਇੱਕ ਘਰ-ਬਾਰ ਰੱਖਣ, ਸਭ ਕੁਝ ਰੱਖਣ, ਮੇਰੇ ਇੱਕ ਡਾਕੂਮੈਂਟਸ ਦੇ ਦੇਣ, ਇੱਕ ਮੈਨੂੰ ਮੇਰੀ ਮੰਮਾ ਤੋਂ ਦੂਰ ਨਾ ਕਰਨ। ਮੈਂ ਆਪਣੀ ਮੰਮਾ ਬਿਨਾਂ ਨਹੀਂ ਰਹਿ ਸਕਦੀ। ਬੇਸ਼ੱਕ ਤੁਸੀਂ ਮੇਰੇ ਤੇ ਪਰਚਾ ਕਰੋ, ਮੈਨੂੰ ਅੰਦਰ ਕਰੋ, ਮੈਨੂੰ ਕੋਈ ਪਰਵਾਹ ਨਹੀਂ। ਅਗਰ ਮੇਰੀ ਮਾਂ ਨੂੰ ਕੁਝ ਹੁੰਦਾ ਹੈ ਨਾ ਤੇ ਇਸ ਚੀਜ਼ ਦਾ ਜੋ ਵੀ ਜ਼ਿੰਮੇਵਾਰ ਹੈ ਨਾ ਪੁਲਿਸ ਪ੍ਰਸ਼ਾਸਨ ਹੋਊਗਾ ਜੀ। ਉਦੋਂ ਤੱਕ ਮਾਂ ਮਰ ਜਾਣੀ ਮੇਰੀ, ਉਹਦੀ ਹਾਲਤ ਦੇਖੋ ਜਾ ਕੇ ਕੀ ਬਣੀ ਆ। ਕਿਸੇ ਰਿਸ਼ਤੇਦਾਰ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ। ਮੈਂ ਖੁਦ ਪੁੱਛਦੀ ਕਿ ਕਿਉਂ ਨਹੀਂ ਇਦਾਂ ਦੇ ਪੁਲਿਸ ਅਧਿਕਾਰੀਆਂ ਤੇ ਕਿਉਂ ਨਹੀਂ ਕਾਰਵਾਈ ਹੁੰਦੀ, ਕਿਉਂ ਨਹੀਂ ਇਹਨਾਂ ਨੂੰ ਸਸਪੈਂਡ ਕਰਕੇ ਇਹਨਾਂ ਦੇ ਵਰਦੀਆਂ ਲਹਾ ਕੇ ਇਹਨਾਂ ਨੂੰ ਘਰ ਭੇਜਿਆ ਜਾਂਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਇੰਦਰਜੀਤ ਕੌਰ, ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼। ਇਸ ਧਰਤੀ ਤੇ ਅਗਰ ਸਭ ਤੋਂ ਪਵਿੱਤਰ ਰਿਸ਼ਤਾ ਹੈ ਉਹ ਹੈ ਮਾਂ ਅਤੇ ਬੱਚਿਆਂ ਦਾ। ਨਾ ਤਾਂ ਬੱਚਿਆਂ ਤੋਂ ਬਗੈਰ ਮਾਂ ਰਹਿ ਸਕਦੀ ਔਰ ਨਾ ਹੀ ਬੱਚੇ ਆਪਣੀ ਮਾਂ ਤੋਂ ਬਿਨਾਂ ਰਹਿ ਸਕਦੇ ਨੇ। ਪਰ ਸਾਡੇ ਤੋਂ ਇੱਥੇ ਇੱਕ ਲੜਕੀ ਪਹੁੰਚੀ ਹੈ ਹੁਸ਼ਿਆਰਪੁਰ ਤੋਂ, ਸਰਬਜੀਤ ਕੌਰ ਸਰਬ ਜਿਸ ਦਾ ਨਾਮ ਹੈ, ਜੋ ਇਹ ਲੜਕੀ ਪਿਛਲੇ 11 ਮਹੀਨਿਆਂ ਤੋਂ ਆਪਣੇ ਘਰੇਲੂ ਕਿਸੇ ਕਾਰਨਾਂ ਕਰਕੇ ਉਹਨਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਭਰਾ ਭਰਜਾਈਆਂ ਵੱਲੋਂ। ਔਰ 11 ਮਹੀਨਿਆਂ ਤੋਂ ਹੀ ਲਗਾਤਾਰ ਇਹ ਲੜਕੀ ਫਾਈਟ ਕਰ ਰਹੀ ਹੈ ਸਿਰਫ ਆਪਣੀ ਬਿਮਾਰ ਮਾਂ ਨੂੰ ਮਿਲਣ ਦੇ ਲਈ। ਸਰਬਜੀਤ ਦੇ ਮੁਤਾਬਿਕ ਉਹਨਾਂ ਦੇ ਮੰਮਾ ਘਰ ਦੇ ਵਿੱਚ ਕਾਫੀ ਬਿਮਾਰ ਹਾਲਤ ਦੇ ਵਿੱਚ ਹਨ, ਜਿਨ੍ਹਾਂ ਦਾ ਕਿ ਇਲਾਜ ਨਹੀਂ ਕਰਵਾਇਆ ਜਾ ਰਿਹਾ ਔਰ ਨਾ ਹੀ ਇਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਹੈ। 11 ਮਹੀਨਿਆਂ ਤੋਂ ਇਹ ਲੜਕੀ ਘਰ ਤੋਂ ਬਾਹਰ ਰਹਿ ਰਹੀ ਹੈ। ਕਿੰਨਾ ਹਾਲਾਤਾਂ ਦੇ ਵਿੱਚ ਰਹਿ ਰਹੀ ਹੈ, ਕਿੰਨੀਆਂ ਕਠਿਨਾਈਆਂ ਇਸ ਲੜਕੀ ਨੂੰ ਫੇਸ ਕਰਨੀਆਂ ਪੈ ਰਹੀਆਂ ਹੋਣਗੀਆਂ, ਇਹ ਤਾਂ ਆਪਾਂ ਨੂੰ ਸਭ ਨੂੰ ਸਮਝ ਹੀ ਹੈ। ਬਾਕੀ ਜਾਣਕਾਰੀ ਜੋ ਵੀ ਹੋਇਆ ਸਰਬਜੀਤ ਕੋਲੋਂ ਅਸੀਂ ਲੈਣੇ ਆ। ਸਤਿ ਸ਼੍ਰੀ ਅਕਾਲ ਮੈਮ, ਮੈਂ ਸਰਬਜੀਤ ਕੌਰ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੀ ਹਾਂ। ਸਾਡੇ ਵਿੱਚ ਥੋੜਾ ਫੈਮਿਲੀ ਡਿਸਪਿਊਟ ਹੈ, ਭਰਾ ਭਰਜਾਈਆਂ ਨੇ, ਉਹ ਖਾਸ ਕਰ ਉਹਨਾਂ ਦੇ ਰਿਸ਼ਤੇਦਾਰਾਂ ਨੇ ਕ੍ਰੀਏਟ ਕੀਤਾ ਹੈ। ਔਰ ਸਭ ਤੋਂ ਬੜੀ ਗੱਲ ਇਹ ਹੈ ਕਿ ਇਹਦੇ ਵਿੱਚ ਪੁਲਿਸ ਇਨਵੋਲਵ ਹੈ। ਮੇਰੀ ਭਰਜਾਈ ਹੈ ਜੋ ਕਿ ਕਾਂਸਟੇਬਲ ਹੈ, ਉਹ ਹਮੇਸ਼ਾ ਧਮਕੀਆਂ ਦਿੰਦੀ ਹੈ, ਕਦੇ ਕਿਸੇ ਦੀਆਂ ਕਦੇ ਕਿਸੇ ਦੀਆਂ। ਮੇਨ ਇਹਦੇ ਵਿੱਚ SHO ਸੁਰਜੀਤ ਸਿੰਘ ਹਰਿਆਣਾ ਤੋਂ, ਜੋ ਕਿ ਇਹਨਾਂ ਦਾ ਰਿਲੇਟਿਵ ਹੀ ਲੱਗਦਾ ਸੀ। ਸੈਕੰਡ ਜੋ ਆਫਿਸਰ ਇਨਕੁਆਇਰੀ ਦੋ ਨੇ ਕੀਤੀ ਸੀ, ਇੱਕ ਸੀ ਟਾਂਡੇ ਤੋਂ ਦਲਜੀਤ ਸਿੰਘ ਖੱਕ, ਉਹਨਾਂ ਨੇ ਇਨਕੁਆਇਰੀ ਕੀਤੀ, ਮੰਮਾ ਦੇ ਸਾਰੇ ਬਿਆਨ ਵਗੈਰਾ ਲਏ, ਰਿਕਾਰਡਿੰਗਸ ਪਈਆਂ ਨੇ, ਸਭ ਪ੍ਰੂਫ ਪਏ ਨੇ, ਮੰਮਾ ਨੇ ਲਿਖ ਕੇ ਦਿੱਤੇ ਨੇ। ਜਦ ਕਿ ਆਹ ਦੇਖੋ ਇਸ ਤਰ੍ਹਾਂ ਇਹ ਉੱਪਰ ਕੀ ਗਲਤ ਚੀਜ਼ਾਂ ਉੱਪਰ ਪੇਸ਼ ਕਰ ਰਹੇ ਆ। 11 ਮਹੀਨੇ ਪਹਿਲੇ ਕੀ ਹੋਇਆ ਕਿ ਤੁਹਾਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ? ਮੈਮ 11 ਮਹੀਨੇ ਪਹਿਲੇ ਇਹ ਗੱਲ ਹੋਈ ਹੈ ਕਿ ਮੇਰੇ ਮੰਮਾ ਕਾਫੀ ਬਿਮਾਰ ਸੀ, ਇਹ ਇਲਾਜ ਨਹੀਂ ਕਰਵਾ ਰਹੇ ਸੀ। ਇਲਾਜ ਕਰਾਉਣ ਦੇ ਮਾਰੇ ਜਦੋਂ ਵੀ ਇਹਨਾਂ ਨੂੰ ਮੈਂ ਕਹਿਣਾ ਤਾਂ ਕਾਫੀ ਲੜਾਈ ਹੁੰਦੀ ਸੀ। ਇਹਨਾਂ ਨੇ ਮੇਰੇ ਨਾਲ ਮਾਰ ਕੁਟਾਈ ਕਰਨੀ, ਕਦੇ ਘਰੋਂ ਕੱਢ ਦੇਣਾ, ਕਦੇ ਕੁਛ। ਫਿਰ ਬਾਅਦ ਵਿੱਚ ਇਹ ਖੁਦ ਇਲਾਜ ਕਰਾਉਣ ਦੇ ਮਾਰੇ 4 ਮਹੀਨੇ ਕਿਰਾਏ ਤੇ ਚਲੇ ਗਏ, ਜਾਣਬੁੱਝ ਕੇ। ਘਰ ਦੀਆਂ ਚਾਬੀਆਂ ਵੀ ਲੈ ਗਏ ਸੀ, ਗਹਿਣਿਆਂ ਵਗੈਰਾ ਦੀਆਂ। ਉਸ ਤੋਂ ਬਾਅਦ ਵਿੱਚ ਇਹਨਾਂ ਨੇ ਕੀ ਕੀਤਾ, ਮੈਂ ਮੰਮਾ ਨੇ ਐਡਮਿਟ ਕਰਵਾਇਆ, ਉੱਥੇ ਇਲਾਜ ਹੁੰਦਾ ਰਿਹਾ। ਡੈਡੀ ਹੁਣਾਂ ਨੇ ਕਿਹਾ ਕਿ ਥੋੜੇ ਪੈਸੇ ਕਢਵਾ ਕੇ ਦਿਓ। ਪਹਿਲਾਂ ਮੈਂ ਆਪਣੇ ਸਿਰ ਤੇ ਹੀ ਕਰਵਾਉਂਦੀ ਰਹੀ ਇਲਾਜ। ਜਦੋਂ ਪੈਸੇ ਜ਼ਿਆਦਾ ਹੋ ਗਏ, ਕਿਉਂਕਿ ਮੰਮਾ ਕਾਫੀ ਸੀਰੀਅਸ ਸੀ, ICU ਵਿੱਚ ਸੀ, ਇਹਨਾਂ ਨੇ ਪੈਸੇ ਕਢਵਾਉਣ ਦੇ ਮਾਰਿਆਂ ਨੇ ਕਾਫੀ ਉੱਥੇ ਵੀ ਮਾਰ ਕੁਟਾਈ ਕੀਤੀ ਤੇ ਇਹਨਾਂ ਨੇ ਨਹੀਂ ਕਢਵਾਈ। ਬਾਅਦ ਵਿੱਚ ਇਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਗਹਿਣੇ ਵੇਚ ਦਿਓ। ਗਹਿਣੇ ਵੇਚਣ ਦੀ ਗੱਲ ਕੀਤੀ ਤੇ ਘਰ ਦੇ ਵਿੱਚ ਕਹਿੰਦੇ ਚੋਰੀ ਹੋ ਗਈ 14-15 ਦੀ ਰਾਤ ਨੂੰ। ਜਦ ਕਿ ਉਸ ਚੀਜ਼ ਦੀ ਮੈਂ ਕੰਪਲੇਂਟ SHO ਹਰਿਆਣਾ ਨੂੰ ਲਿਖਵਾਈ ਵੀ, ਬਕਾਇਦਾ ਮੇਰੇ ਕੋਲ ਰਿਕਾਰਡਿੰਗ ਹੈ, ਮੇਰੇ ਕੋਲ ਉਹਦਾ ਸਬੂਤ ਪਏ ਨੇ। ਉਹ ਕੰਪਲੇਂਟ ਵੀ ਇਹਨਾਂ ਨੇ ਬੰਦ ਕਰ ਦਿੱਤੀ। ਕਿਸੇ ਕੋਈ ਸੁਣਵਾਈ ਨਹੀਂ ਹੋ ਰਹੀ। ਪੁਲਿਸ ਪੂਰੀ ਦੀ ਪੂਰੀ ਤਰ੍ਹਾਂ ਉਹਨਾਂ ਦਾ ਸਾਥ ਦੇ ਰਹੀ ਆ। ਔਰ ਮੰਮੀ ਜੀ ਦੀ ਕੰਡੀਸ਼ਨ ਇੰਨੀ ਕਿ ਜ਼ਿਆਦਾ ਕ੍ਰਿਟੀਕਲ ਹੋ ਚੁੱਕੀ ਆ, ਮਤਲਬ ਕਿ ਕੋਈ ਸਮਝ ਹੀ ਨਹੀਂ ਰਿਹਾ। ਤੁਹਾਡੀ ਗੱਲ ਹੋਈ ਆਪਣੀ ਮਦਰ ਨਾਲ? ਜਦੋਂ ਮੈਂ ਮਿਲਣ ਜਾਂਦੀ ਆ 3-4 ਵਾਰੀ ਸਿਰਫ ਮਿਲਣ ਗਈ ਆ। ਇੱਕ ਜਦੋਂ ਵੀ DC ਮੈਮ ਨੇ ਇੱਕ ਵਾਰੀ ਮੈਂ ਰਿਕੁਐਸਟ ਕੀਤੀ ਸੀ, ਜੋ ਵੀ ਆ ਜਿੱਦਾਂ ਜਦੋਂ ਮੈਂ ਇਨਕੁਆਇਰੀ ਪਾਉਂਦੀ ਆ ਨਾ, ਉਸ ਵੇਲੇ ਤੇ ਹੀ ਮੈਂ ਮਿਲਣ ਜਾਂਦੀ ਆ। ਹਿਊਮਨ ਰਾਈਟਸ ਦੀ ਪਈ ਆ, ਕੁਝ ਨਹੀਂ ਦੱਸਿਆ ਜਾ ਰਿਹਾ। ਮਹਿਲਾ ਕਮਿਸ਼ਨ ਦੀ ਇੱਕ ਵਾਰੀ ਪਈ ਸੀ, ਇੱਕ ਉਦੋਂ ਮਿਲਣ ਗਈ ਸੀ। 3-4 ਵਾਰੀ ਮਿਲਣ ਗਏ, 3-4 ਵਾਰੀ ਹੀ ਮੰਮਾ ਨੇ ਲਿਖਤੀ ਵੀ ਬਿਆਨ ਦਿੱਤੇ ਨੇ ਔਰ ਉਹਨਾਂ ਨੇ ਰਿਕਾਰਡਿੰਗਸ ਤੱਕ ਮੇਰੇ ਕੋਲ ਪਈਆਂ ਨੇ। ਉਹ ਬੋਲਦੇ ਆ ਕਿ ਮੇਰੀ ਧੀ ਮੇਰੇ ਕੋਲ ਆਵੇ, ਮੇਰੀ ਧੀ ਕਿੱਥੇ ਆ, ਉਹ ਖੁਦ ਲੱਭਦੇ ਪਏ। ਇੱਕ ਤਾਂ ਉਹ ਬਿਮਾਰ ਹੈ, ਠੀਕ ਹੈ, ਦੂਜਾ ਉਹਨਾਂ ਦੀ ਬੇਟੀ ਨੂੰ ਉਹਨਾਂ ਤੋਂ ਦੂਰ ਕੀਤਾ ਹੋਇਆ, ਤੇ ਉਹ ਪੇਸ਼ੈਂਟ ਦੀ ਕੀ ਕੰਡੀਸ਼ਨ ਹੋਗੀ। ਭਰਾ ਭਰਜਾਈਆਂ ਨੇ ਉਹ ਜੋ ਵੀ ਆ, ਪੁਲਿਸ ਨਾਲ ਰਲੀ ਹੋਈ ਆ, ਪੁਲਿਸ ਉਹਨਾਂ ਤੋਂ ਪੈਸੇ ਖਾਈ ਜਾਂਦੀ ਆ। ਸਿਰਫ ਤੁਹਾਡੀ ਇੱਕ ਹੀ ਮੰਗ ਹੈ ਕਿ ਮੇਰੇ ਮੰਮਾ ਨੂੰ ਮੈਨੂੰ ਮਿਲਣ ਦਿੱਤਾ ਜਾਏ ਔਰ ਇਲਾਜ ਉਹਨਾਂ ਦਾ ਹੋਏ। ਕੀ ਕਾਰਨ ਸਮਝਦੇ ਹੋ ਕਿ
ਤੁਹਾਨੂੰ ਆਪਣੇ ਮੰਮਾ ਤੋਂ ਦੂਰ ਰੱਖਿਆ ਜਾ ਰਿਹਾ? ਮੈਮ ਕਾਰਨ ਇਹ ਹੈ ਕਿ ਇਹਨਾਂ ਨੇ ਘਰ-ਬਾਰ ਵਗੈਰਾ ਰਜਿਸਟਰੀ ਵਗੈਰਾ ਨਾ ਆਪਣੇ ਕਰਵਾ ਲਈ ਹੋਈ ਸੀ। ਨਾ ਤਾਂ ਮੰਮਾ ਨੂੰ ਪਤਾ ਇਸ ਚੀਜ਼ ਦਾ ਤੇ ਨਾ ਮੈਨੂੰ ਨਾ ਕਿਸੇ ਰਿਲੇਟਿਵਸ ਨੂੰ ਪਤਾ ਹੈ। ਇਹਨਾਂ ਨੇ ਅੰਗੂਠਾ ਲਗਾ ਕੇ ਮੰਮਾ ਦਾ ਘਰ ਵੀ ਨਾ ਕਰਾ ਲਿਆ, ਘਰ ਚੋਂ ਗਹਿਣੇ ਈਵਨ ਕਿ ਰਜਿਸਟਰੀ ਤੱਕ ਇਹ ਕੱਢ ਕੇ ਲੈ ਗਏ ਔਰ ਸ਼ੋਰ ਮਚਾਤਾ ਕਿ ਸਾਡੇ ਘਰ ਦੇ ਵਿੱਚ ਚੋਰੀ ਹੋ ਗਈ ਭਰਜਾਈਆਂ ਨੇ। ਉਸ ਵਕਤ ਮੈਂ ਮੰਮੀ ਡੈਡੀ ਆਈਸੀਯੂ ਦੇ ਵਿੱਚ ਜਲੰਧਰ ਦੇ ਵਿੱਚ ਸੀ। ਇਹਨਾਂ ਨੇ ਸਾਡਾ ਸਾਰਾ ਸਮਾਨ ਵੀ ਚੋਰੀ ਕਰ ਲਿਆ, ਗਹਿਣੇ ਲੈ ਗਏ, ਪੈਸੇ ਵੀ ਲੈ ਕੇ ਚਲੇ ਗਏ, ਰਜਿਸਟਰੀ ਤੱਕ ਲੈ ਗਏ। ਔਰ ਜਿਸ ਐਸਐਚ ਨੂੰ ਮੈਂ ਕੰਪਲੇਨ ਲਿਖਾਈ ਬਕਾਇਦਾ ਰਿਕਾਰਡਿੰਗ ਹੋਣ ਦੇ ਬਾਵਜੂਦ ਉਹ ਪਰਸਨ ਕੋਈ ਉਸ ਉੱਤੇ ਇਨਕੁਆਇਰੀ ਨਹੀਂ ਕੀਤੀ, ਉਹਨੇ ਦਰਖਾਸਤ ਵੀ ਬੰਦ ਕਰ ਦਿੱਤੀ ਔਰ ਉੱਪਰ ਮੈਂਸ਼ਨ ਕਰ ਰਿਹਾ ਕਿ ਸਾਡੇ ਘਰ 'ਚ ਕੋਈ ਚੋਰੀ ਹੀ ਨਹੀਂ ਹੋਈ। ਸਭ ਤੋਂ ਮੇਨ ਪ੍ਰੋਬਲਮ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਦਾ ਸਾਥ ਦੇ ਰਿਹਾ ਹੈ। ਕਿਉਂ? ਕਿਉਂਕਿ ਭਰਜਾਈ ਪੁਲਿਸ ਵਿੱਚ ਹੈ, ਛੋਟੀ ਕਾਂਸਟੇਬਲ, ਔਰ ਉਹ ਹਰ ਵਕਤ ਧਮਕੀਆਂ ਦਿੰਦੇ ਨੇ ਕਿ ਸਾਡੀ ਉੱਥੇ ਤੱਕ ਪਹੁੰਚ ਹੈ, ਉੱਥੇ ਤੱਕ ਕੋਈ ਡੀਜੀਪੀ ਦਲਜੀਤ ਸਿੰਘ ਖੱਖ ਕਹਿੰਦਾ ਤੂੰ ਜਿੱਥੇ ਮਰਜ਼ੀ ਚਲੀ ਜਾ, ਸਾਡੀ ਉੱਪਰ ਤੱਕ ਪਹੁੰਚ ਹੈ। ਤੁਸੀਂ ਕਿਸੇ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ? ਬਿਲਕੁਲ, ਈਵਨ ਕਿ ਐਮਸੀ ਤੋਂ ਲੈ ਕੇ ਮੈਂ ਅੱਜ ਦੱਸਦੀ ਤੁਹਾਨੂੰ, ਐਮਸੀ ਤੋਂ ਲੈ ਕੇ ਡੀਐਸਪੀ, ਮਹਿਲਾ ਕਮਿਸ਼ਨ, ਹਾਈ ਕੋਰਟ ਤੱਕ ਗਈ ਹਾਂ ਮੈਂ 5 ਮੰਥ ਹੋ ਗਏ ਸੀ ਮੰਮਾ ਨੂੰ ਦੇਖਿਆ ਨਹੀਂ। ਹਾਈ ਕੋਰਟ ਦੇ ਵਿੱਚ ਮੈਨੂੰ ਹਾਰ ਕੇ ਰਿਟ ਪਾਉਣੀ ਪਈ ਕਿ ਮੇਰੀ ਮਾਂ ਦੀ ਕੰਡੀਸ਼ਨ ਕੀ ਆ। ਉਸ ਵਕਤ ਮੈਨੂੰ ਪਤਾ ਚੱਲਿਆ ਕਿ ਇਹਨਾਂ ਨੇ ਇੱਕ ਝੂਠਾ ਜਾਲੀ ਬੇਦਖਲੀ ਦਾ ਨੋਟਿਸ ਦਾਇਰ ਕੀਤਾ ਹੈ ਔਰ ਘਰ ਆਪਣੇ ਨਾਂ ਕੀਤਾ ਗਿਆ ਸੀ। ਉਸ ਤੋਂ ਮੈਨੂੰ ਸਾਰਾ ਕੁਝ ਕੰਡੀਸ਼ਨ ਮੰਮਾ ਦੀ ਕਲੀਅਰ ਹੋਈ ਕਿ ਮੰਮਾ ਦੀ ਜਿਸ ਕੰਡੀਸ਼ਨ ਮੇਰੇ ਕੋਲ ਲੈ ਕੇ ਆਏ ਸੀ ਨਾ, ਚੱਲਦੇ ਸਹੀ ਲੈ ਕੇ ਆਏ ਸੀ ਔਰ ਉਹ ਪੂਰੀ ਤਰ੍ਹਾਂ ਡੈੱਡ ਕੀਤੇ ਹੋਏ ਨੇ। ਸਭ ਤੋਂ ਮੇਨ ਗੱਲ ਇਹ ਹੈ ਕਿ ਸਾਡੀ ਹੀ ਕਲੋਨੀ ਹੈ ਹੀਰਾ ਕਲੋਨੀ, ਉੱਥੇ ਦਾ ਇੱਕ ਸੁਦੇਸ਼ ਕੁਮਾਰ ਡਾਕਟਰ ਹੈ ਜੋ ਕਿ ਸਿਵਲ ਹਸਪੀਟਲ ਵਿੱਚ ਲੱਗਾ ਹੈ, ਜੋ ਕਿ ਗਲਤ ਦਵਾਈਆਂ ਮੰਮਾ ਉਹਨਾਂ ਨੂੰ ਦੇ ਰਿਹਾ ਆ ਨਾਲ ਇਹਨਾਂ ਦੇ ਰਲ ਕੇ। ਠੀਕ ਹੈ ਜੀ, ਕਿਉਂਕਿ ਮੰਮਾ ਪੂਰੀ ਤਰ੍ਹਾਂ ਬੋਲਦੇ ਸੀ। ਜਦੋਂ ਮੈਂ ਪੁੱਛਿਆ ਗਿਆ ਕਿ ਮੰਮਾ ਮੇਰੇ ਹੁਣ ਅਸੀਂ ਗੱਲ ਕਰਦੇ ਉਹਨਾਂ ਦੀ ਆਵਾਜ਼ ਹਿੱਲੀ ਹੋਈ ਆ, ਕਹਿੰਦੇ ਸੀ ਵਿੱਚ ਅਟੈਕ ਆ ਗਿਆ। ਕਦੋਂ ਅਟੈਕ ਆ ਗਿਆ, ਕਿਸ ਕੰਡੀਸ਼ਨ 'ਚ ਆਇਆ, ਕੁਛ ਤੁਸੀਂ ਆਪਣੇ ਮੰਮਾ ਨੂੰ ਕਿੰਨੇ ਟਾਈਮ ਤੋਂ ਨਹੀਂ ਦੇਖਿਆ? ਮੈਮ ਹੁਣ ਮੈਂ 11 ਨਵੰਬਰ ਨੂੰ ਗਈ ਸੀ ਦੇਖਣ, ਸਿੰਘ ਸਾਹਿਬਾਨ ਸਾਰੇ ਆਏ ਸੀ, ਉੱਥੇ ਦੇਖਿਆ ਸੀ ਉਹਨਾਂ ਨੇ ਵੀ ਮੰਮਾ ਨੂੰ। ਤੇ ਮੰਮਾ ਨੇ ਉਹਨਾਂ ਦੇ ਸਾਹਮਣੇ ਬਕਾਇਦਾ ਸਾਡੇ ਤੋਂ ਉਸ ਚੀਜ਼ ਦੀ ਵੀ ਰਿਕਾਰਡਿੰਗ ਹੈ। ਉਹਨਾਂ ਦੇ ਸਾਹਮਣੇ ਮੰਮਾ ਨੇ ਕਿਹਾ ਕਿ ਪੁੱਤ ਮੈਨੂੰ ਆਪਣੇ ਕੋਲ ਲੈ ਜਾ, ਨਹੀਂ ਤਾਂ ਤੂੰ ਮੇਰੇ ਕੋਲ ਆ, ਨਹੀਂ ਤਾਂ ਤੂੰ ਮੈਨੂੰ ਆਪਣੇ ਕੋਲ ਲੈ ਜਾ। ਨਾ ਤਾਂ ਉਹ ਮੈਨੂੰ ਮੰਮੀ ਕੋਲ ਰਹਿਣ ਦੇ ਰਹੇ ਨੇ ਔਰ ਨਾ ਹੀ ਮੈਨੂੰ ਘਰ 'ਚ ਐਂਟਰੀ ਕਰਨ ਦਿੰਦੇ ਨੇ। ਝੂਠੇ ਆਪਣੇ ਡਾਕੂਮੈਂਟਸ ਤਿਆਰ ਕੀਤੇ ਹੋਏ ਨੇ ਔਰ ਪੁਲਿਸ ਮੋਹਰੇ ਕੀਤੀ ਹੋਈ ਹੈ ਸਾਰੀ ਪੁਲਿਸ। ਇਹਦਾ ਕਾਰਨ ਕੀ ਸਮਝਦੇ ਹੋ? ਮੈਮ ਸਭ ਤੋਂ ਬੜਾ ਕਾਰਨ ਹੈ ਮੇਰੀ ਭਰਜਾਈ ਆ ਜੋ ਕਿ ਕਾਂਸਟੇਬਲ ਹੈ ਪੁਲਿਸ ਵਿੱਚ। ਠੀਕ ਹੈ ਜੀ, ਉਹ ਆਪਣਾ ਥੋੜਾ ਰੁਤਬਾ ਰੱਖਦੀ ਹੈ ਕਿ ਮੇਰੀ ਉੱਥੇ ਤੱਕ ਪਹੁੰਚ ਹੈ, ਮੇਰੀ ਉੱਥੇ ਤੱਕ ਪਹੁੰਚ ਹੈ। ਈਵਨ ਕਿ ਇੱਥੇ ਤੱਕ ਕਿਹਾ ਜਾ ਰਿਹਾ ਹੈ ਕਿ ਅਸੀਂ ਡੀਐਸਪੀ ਦਲਜੀਤ ਸਿੰਘ ਖੱਖ ਨੂੰ, ਐਸਐਚਓ ਸੁਰਜੀਤ ਸਿੰਘ ਹਰਿਆਣਾ ਨੂੰ, ਉੱਥੇ ਦਾ ਐਸਪੀ ਰਵਿੰਦਰ ਸਿੰਘ ਹੈ, ਇਹ ਸਾਰੇ ਇਨਕਲੂਡ ਨੇ। ਦਲਜੀਤ ਸਿੰਘ ਖੱਖ ਨੂੰ ਕਹਿੰਦੇ ਅਸੀਂ ਪੈਸੇ ਦੇ ਕੇ ਬਿਆਨ ਚੇਂਜ ਕਰਵਾਏ ਨੇ। ਇਹ ਬਿਆਨ ਚੇਂਜ ਕਰਕੇ ਨਾ ਦਲਜੀਤ ਸਿੰਘ ਖੱਖ ਨੇ ਉੱਪਰ ਗਲਤ ਪੇਸ਼ ਕੀਤਾ ਹੋਇਆ ਮਹਿਲਾ ਕਮਿਸ਼ਨ। ਜਦੋਂ ਮਹਿਲਾ ਕਮਿਸ਼ਨ ਮੈਂ ਉੱਪਰ ਪੁੱਛਿਆ ਤਾਂ ਉਹ ਕਹਿੰਦੇ ਆ ਜੀ ਜੋ ਸਾਨੂੰ ਪੁਲਿਸ ਨੇ ਇੱਕ ਵਾਰੀ ਰਿਕਾਰਡ ਦੇ ਦਿੱਤਾ, ਐਸਐਸਪੀ ਸਰ ਵੀ ਇਹੀ ਗੱਲ ਕਹਿ ਰਹੇ ਆ ਕਿ ਅਸੀਂ ਉਹਦੇ ਤੇ ਚੱਲਣਾ ਹੈ। ਪੁਲਿਸ ਗਲਤ ਰਿਕਾਰਡ ਭੇਜੀ ਜਾ ਰਹੀ ਹੈ। ਜਦੋਂ ਮੈਂ ਉਹਨਾਂ ਨੂੰ ਰਿਐਲਿਟੀ ਦਿਖਾਉਂਦੀ ਆ, ਰਿਐਲਿਟੀ ਦੇਖਣ ਦਾ ਕਿ ਕੋਈ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾ। ਔਰ ਭਰਜਾਈ ਆ ਉਹ ਆਪਣਾ ਰੁਤਬਾ ਜਿੰਨਾ ਮਤਲਬ ਕਿ ਮਿਸਯੂਜ਼ ਕਰ ਰਹੀ ਹੈ ਉਸ ਚੀਜ਼ ਦਾ ਉਹ। ਔਰ ਇਹਨਾਂ ਨੇ ਮੰਮੀ ਜੀ ਦੇ ਐਫਡੀਆਂ ਬੀਮੇ ਜੋ ਵੀ ਸੀ ਉਹ ਸਾਰੇ ਗੂਗਲ ਅਕਾਊਂਟ ਰਾਹੀਂ ਟ੍ਰਾਂਸਫਰ ਕਰ ਲਏ, ਸਾਰੇ ਪੈਸੇ ਗਹਿਣੇ ਵੀ ਸਾਰੇ ਲੈ ਲਏ। ਈਵਨ ਕਿ ਮੇਰੇ ਡਾਕੂਮੈਂਟਸ, ਮੈਂ ਖੁਦ ਪ੍ਰਾਈਵੇਟ ਟੀਚਿੰਗ ਕਰਦੀ ਸੀ, ਮੇਰੇ ਡਿਗਰੀਜ਼ ਨਹੀਂ ਦਿੱਤੀਆਂ ਜਾ ਰਹੀਆਂ। ਉਹ ਇਹ ਕਹਿ ਰਹੀਆਂ ਨੇ ਕਿ ਨਾ ਤੇਰੇ ਅਸੀਂ ਤੇਰਾ ਵਿਆਹ ਹੀ ਕਿਤੇ ਹੋਣ ਦੇਣਾ, ਨਾ ਤੈਨੂੰ ਕਿਤੇ ਜੌਬ ਕਰਨ ਦੇਣੀ ਆ। ਇੰਨਾ ਕਿ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ। ਮੈਂ ਆਪਣੇ ਰਿਲੇਟਿਵਸ ਦੇ ਰਹਿੰਦੀ ਸੀ, ਉੱਥੋਂ ਵੀ ਕਢਵਾਤਾ ਕਿਉਂਕਿ ਮਾਸੀ ਜੀ ਦੇ ਕੋਲ ਸੀ। ਮਾਸੀ ਜੀ ਨੂੰ ਕਹਿੰਦੇ ਤੂੰ ਤੈਨੂੰ ਲਾਲਚ ਲਈ ਰੱਖਿਆ ਹੋਇਆ, ਮਾਸੀ ਜੀ ਤੋਂ ਵੀ ਕਢਵਾ ਦਿੱਤਾ। ਦਲਜੀਤ ਸਿੰਘ ਖੱਕ ਸ਼ਰੇਆਮ ਮੈਨੂੰ ਧਮਕੀਆਂ ਦੇ ਰਿਹਾ ਹੈ ਕਿ ਅਗਰ ਤੂੰ ਕਿਤੇ ਵੀ ਕੋਈ ਹੁਣ ਇਨਕੁਆਇਰੀ ਪਵਾਈ ਤੇ ਤੈਨੂੰ ਨਾ ਤਾਂ ਅਸੀਂ ਕਿਤੇ ਰਹਿਣ ਦੇਣਾ ਔਰ ਝੂਠੇ ਕੇਸ ਪਾ ਕੇ ਤੈਨੂੰ ਅੰਦਰ ਕਰ ਦੇਣਾ। ਐਸਐਸਪੀ ਆਫਿਸ ਇੰਨਾ ਮਿਸਬਿਹੇਵ ਕੀਤਾ ਜਾਂਦਾ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਪੁਲਿਸ ਬਣੀ ਕਿਸ ਚੀਜ਼ ਲਈ ਹੈ। ਡੀਜੀਪੀ ਤੱਕ ਕਹਿ ਰਹੀ ਹੈ ਕਿ ਸਾਡੀ ਉੱਥੇ ਤੱਕ ਪਹੁੰਚ ਹੈ, ਸਾਡੀ ਉੱਥੇ ਤੱਕ ਪਹੁੰਚ ਹੈ, ਪਰ ਸਾਨੂੰ ਆ ਲੋਕ ਕਿਉਂ ਧੱਕੇ ਖਾ ਰਹੇ ਆ। ਠੀਕ ਹੈ ਜੀ, ਮੈਂ 11 ਮੰਥ ਤੋਂ ਭਟਕ ਰਹੀ ਹਾਂ। ਮੈਂ ਖੁਦ ਉਸੇ ਜੇ ਇਹ ਦੇਖਦੇ ਵੀ ਨਾ ਮੈਂ ਉਸੇ ਡੀਜੀਪੀ ਨੂੰ ਪੁੱਛਦੀ ਹਾਂ ਕਿ ਸਰ ਤੁਸੀਂ ਕਿੰਨੀ ਕੁ ਅਥਾਰਟੀ ਦਿੱਤੀ ਹੋਈ ਹੈ ਕਿ ਜੋ ਤੁਹਾਡੇ ਤੋਂ ਨੀਚੇ ਦਾ ਪੁਲਿਸ ਪ੍ਰਸ਼ਾਸਨ ਹੈ ਕਿ ਉਹ ਆਪਣੀ ਮਨਮਰਜ਼ੀਆਂ ਕਰਦਾ। ਇੱਕ ਕੁੜੀਆਂ ਨੂੰ ਤੁਹਾਡੇ ਹੁੰਦੇ ਤੇ ਕੁੜੀਆਂ ਅੱਜ ਸੜਕਾਂ ਤੇ ਘੁੰਮਦੀਆਂ ਤੇ ਫਿਰ ਤੁਸੀਂ ਕਾਹਦੇ ਲਈ ਪੁਲਿਸ ਪ੍ਰਸ਼ਾਸਨ ਕਿਸ ਚੀਜ਼ ਲਈ ਬਣਿਆ ਹੋਇਆ ਸਾਡੇ ਲਈ? ਠੀਕ ਹੈ ਜੀ, ਜੇ ਅਸੀਂ ਧੱਕੇ ਖਾਂਦੇ ਆ, ਜੇ ਕੋਈ ਕੁੜੀ ਆਪਣੇ ਹੱਕ ਲਈ ਲੜਦੀ ਆ ਤੇ ਉਹ ਤੇ ਅੱਜ ਕਿਸਾਨ ਲੜਦੀ ਆ ਤੇ ਉਹ ਅੱਤਵਾਦੀ ਹੋ ਗਏ, ਕੱਲ ਤੁਸੀਂ ਸਾਡੇ ਤੇ ਇਹੀ ਟੈਗ ਲਗਾ ਦੋਗੇ ਜੀ ਇਹ ਬਾਗੀ ਹੋ ਗਏ। ਤੁਸੀਂ ਦੱਸੋ ਵੀ ਕੁੜੀਆਂ ਜਾਣ ਕਿੱਥੇ? 11 ਮੰਥ ਹੋ ਗਏ, ਤੁਸੀਂ ਕਿਉਂ ਨਹੀਂ ਪੁੱਛਿਆ ਜਾ ਰਿਹਾ ਕਿ ਕੁੜੀ ਦੀਆਂ ਵੀਡੀਓਜ਼ ਆ ਰਹੀਆਂ ਨੇ, ਕੁੜੀ ਕਿਉਂ ਇਦਾਂ ਦਰ ਦੀਆਂ ਠੋਕਰਾਂ ਖਾ ਰਹੀ ਆ? ਈਵਨ ਕਿ ਸੀਐਮ, ਡੀਜੀਪੀ, ਮਹਿਲਾ ਕਮਿਸ਼ਨ ਹਰ ਇੱਕ ਜਗ੍ਹਾ ਤੇ ਮੈਂ ਮੇਲਸ ਸੈਂਡ ਕੀਤੀਆਂ ਨੇ। ਉੱਪਰ ਇਨਕੁਆਇਰੀ ਆਂਦੀ ਆ ਔਰ ਨੀਚੇ ਰਿਕਾਰਡ ਗਲਤ ਭੇਜਿਆ ਜਾਂਦਾ। ਮੈਨੂੰ ਸਿਰਫ ਇਹਨਾਂ ਨੇ ਰੱਦੀ ਇਕੱਠੀ ਕਰਨ ਨੂੰ ਲਗਾਇਆ ਬਸ। ਤੁਸੀਂ ਆਰਟੀਆਈ ਅਪਲਾਈ ਕਰ ਦਿਓ।
ਮੈਂ ਇਦਾਂ ਰੜਦੀਆਂ ਇਕੱਠੀਆਂ ਹੁੰਦੀਆਂ। ਉਦੋਂ ਤੱਕ ਮਾਂ ਮਰ ਜਾਣੀ ਮੇਰੀ। ਉਹਦੀ ਹਾਲਤ ਦੇਖੋ ਜਾ ਕੇ ਕੀ ਬਣੀ ਆ। ਕਿਸੇ ਰਿਸ਼ਤੇਦਾਰ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ। ਈਵਨ ਕਿ ਨਾ ਆ ਦੇਖੋ ਮੰਮੀ ਖੁਦ ਕਹਿੰਦੇ ਆ ਕਿ ਮੇਰੀ ਧੀ ਮੇਰੇ ਘਰ ਆਵੇ। ਇੱਥੇ ਡੀਐਸਪੀ ਖੁਦ ਜਾਂਦੇ। ਆ ਸਾਰੀਆਂ ਚੀਜ਼ਾਂ ਉੱਪਰ ਕਿਉਂ ਗਲਤ ਪੇਸ਼, ਕਿਉਂ ਨਹੀਂ ਇਹਨਾਂ, ਮੈਂ ਖੁਦ ਪੁੱਛਦੀ ਕਿ ਕਿਉਂ ਨਹੀਂ ਇਦਾਂ ਦੇ ਪੁਲਿਸ ਅਧਿਕਾਰੀਆਂ ਤੇ ਕਿਉਂ ਨਹੀਂ ਕਾਰਵਾਈ ਹੁੰਦੀ? ਕਿਉਂ ਨਹੀਂ ਇਹਨਾਂ ਨੂੰ ਸਸਪੈਂਡ ਕਰਕੇ ਇਹਨਾਂ ਦੇ ਵਰਦੀਆਂ ਲਹਾ ਕੇ ਇਹਨਾਂ ਨੂੰ ਘਰ ਭੇਜਿਆ ਜਾਂਦਾ? ਕਿੰਨੇ ਕੁ ਹੀ ਮਹਾਨ ਬਣੇ ਹੋਏ ਨੇ। ਮੇਰੇ ਘਰ ਪਹੁੰਚਾਇਆ ਜਾਵੇ, ਮੇਰੀ ਮਾਂ ਦੇ ਕੋਲ ਪਹੁੰਚਾਇਆ ਜਾਵੇ। ਬਸ ਮੈਂ ਆਪਣੀ ਮੰਮਾ ਬਿਨਾਂ ਨਹੀਂ ਰਹਿ ਸਕਦੀ। ਉਹਨਾਂ ਦਾ ਇਲਾਜ ਕਰਾਉਣਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਇੱਕ ਘਰ-ਬਾਰ ਰੱਖਣ, ਸਭ ਕੁਝ ਰੱਖਣ। ਮੇਰੇ ਇੱਕ ਡਾਕੂਮੈਂਟਸ ਦੇ ਦੇਣ, ਇੱਕ ਮੈਨੂੰ ਮੇਰੀ ਮੰਮਾ ਤੋਂ ਦੂਰ ਨਾ ਕਰਨ। ਮੈਂ ਆਪਣੀ ਮੰਮਾ ਬਿਨਾਂ ਨਹੀਂ ਰਹਿ ਸਕਦੀ। ਠੀਕ ਹੈ ਜੀ। ਸਭ ਤੋਂ ਜ਼ਿਆਦਾ ਡੀਜੀਪੀ ਦਾ ਨਾਮ ਚੱਲਦਾ ਪਿਆ ਹੈ। ਡੀਐਸਪੀ ਦਲਜੀਤ ਸਿੰਘ ਖੱਖ ਡੀਜੀਪੀ ਦਾ, ਜੇ ਅੱਜ ਸੁਮੇਧ ਸੈਣੀ ਵੀ ਅੱਜ ਲੁਕਦਾ ਫਿਰਦਾ ਹੈ। ਇੱਕ ਟਾਈਮ ਦੇ ਵਿੱਚ ਉਹ ਵੀ ਡੀਜੀਪੀ ਸੀ। ਠੀਕ ਹੈ ਜੀ। ਉਹਨੇ ਵੀ ਬਹੁਤ ਗਲਤ ਕੀਤਾ ਸੀ। ਮੈਂ ਖੁਦ ਡੀਜੀਪੀ, ਬੇਸ਼ੱਕ ਤੁਸੀਂ ਮੇਰੇ ਤੇ ਪਰਚਾ ਕਰੋ, ਮੈਨੂੰ ਅੰਦਰ ਕਰੋ, ਮੈਨੂੰ ਕੋਈ ਪਰਵਾਹ ਨਹੀਂ। ਅਗਰ ਮੇਰੀ ਮਾਂ ਨੂੰ ਕੁਝ ਹੁੰਦਾ ਹੈ ਨਾ, ਤੇ ਇਸ ਚੀਜ਼ ਦਾ ਜੋ ਵੀ ਜ਼ਿੰਮੇਵਾਰ ਹੈ ਨਾ ਪੁਲਿਸ ਪ੍ਰਸ਼ਾਸਨ ਹੋਊਗਾ ਜੀ। ਜਦ ਤੱਕ ਜੇ ਤੁਸੀਂ ਉਹਨਾਂ ਤੇ ਕੋਈ ਇਨਕੁਆਇਰੀ ਨਹੀਂ ਕਰਦੇ। ਤੁਸੀਂ ਇਸ ਟਾਈਮ ਕਿੱਥੇ ਰਹਿ ਰਹੇ ਹੋ? ਮੈਂ ਇਸ ਵਕਤ ਮੈਂ ਕਿਰਾਏ ਤੇ ਰਹਿ ਰਹੀ ਹਾਂ। ਈਵਨ ਕਿ ਛੁਪ ਕੇ ਸਮਝ ਲਓ ਕਿ ਛੁਪ ਕੇ ਰਹਿ ਰਹੀ ਹਾਂ, ਪਰ ਮੈਂ ਹੁਣ ਨਹੀਂ ਛੁਪ ਕੇ ਰਹੂੰਗੀ। ਸ਼ਰੇਆਮ ਮੈਂ ਰਹਿੰਦੀ ਹਾਂ। ਠੀਕ ਹੈ ਜੀ। ਮੈਨੂੰ ਧਮਕੀਆਂ ਮਿਲ ਰਹੀਆਂ ਨੇ ਕਿ ਜਿੱਥੇ ਵੀ ਤੂੰ ਰਹੋਂਗੀ ਅਸੀਂ ਤੈਨੂੰ ਕਢਵਾ ਦੇਣਾ। 57 ਤੋਂ ਮੈਨੂੰ ਜੇਲ੍ਹ 'ਚ ਸਟਾਇਆ, 6 ਦਿਨ ਇਨਲੀਗਲ ਕਸਟਡੀ 'ਚ ਰੱਖਿਆ ਮੈਨੂੰ। ਠੀਕ ਹੈ ਜੀ। ਉਸ ਤੋਂ ਬਾਅਦ ਵਿੱਚ ਮੈਨੂੰ ਘਰ ਨਹੀਂ ਬਣਨ ਦਿੱਤਾ ਗਿਆ। ਪੁਲਿਸ ਹੀ ਮਾਸੀ ਦੇ ਭੇਜ ਦਿੱਤਾ। ਪੁਲਿਸ ਨੇ ਮਾਸੀ ਜੀ ਦੇ ਕੋਲ, ਬਾਅਦ ਵਿੱਚ ਪੁਲਿਸ ਨੇ ਘਰਦਿਆਂ ਨੇ ਮਿਲ ਕੇ ਮਾਸੀ ਜੀ ਦਾ ਹੀ ਮਤਲਬ ਵਿੱਚ ਕੇਸ ਦੇ ਨਾਲ ਖਾਤਾ ਕਿ ਇਹਨਾਂ ਨੇ ਲਾਲਚ ਨੂੰ ਰੱਖਿਆ ਹੋਇਆ। ਮਾਸੀ ਜੀ ਨੇ ਮੈਨੂੰ ਉੱਥੋਂ ਕਢਾ ਦਿੱਤਾ ਮੈਨੂੰ। ਔਰ ਉਸ ਤੋਂ ਬਾਅਦ ਵਿੱਚ ਨਾਲ ਹੀ ਮੇਰੇ ਤੇ ਕੇਸ ਜਿਹੜਾ ਪਰਮਾਨੈਂਟ ਇੰਜੈਕਸ਼ਨ ਦਾ ਇਹਨਾਂ ਨੇ ਪਾਇਆ ਹੋਇਆ ਆ। ਉਸ ਕੇਸ ਦਾ ਅੱਜ 9 ਮੰਥ ਹੋ ਗਏ ਨੇ, 9-10 ਮੰਥ। ਕੋਈ ਰਿਪਲਾਈ ਨਹੀਂ ਜਾ ਰਿਹਾ, ਕੋਈ ਕੁਛ ਨਹੀਂ ਜਾ ਰਿਹਾ। ਸਾਨੂੰ ਵਕੀਲ ਦਿੱਤੇ ਜਾ ਰਹੇ, ਕੋਈ ਇਨਕੁਆਇਰੀ ਨਹੀਂ ਹੋ ਰਹੀ, ਕੋਈ ਕੁਛ ਨਹੀਂ ਹੋ ਰਿਹਾ। ਹਾਰ ਕੇ ਬਹਿਸ ਹੋ ਰਹੀ ਆ। ਮੈਨੂੰ ਕਹਿ ਰਹੇ ਨੇ ਕਿ ਕੇਸ ਬਹੁਤ ਲੰਬਾ ਜਾਣਾ। ਈਵਨ ਕਿ ਮੇਰੇ ਕੋਲ ਨਾ ਪੈਸੇ ਆ ਵਕੀਲ ਲਈ ਕਿ ਮੈਂ ਕਿਸੇ ਵਕੀਲ ਨੂੰ ਕੋਈ ਪੈਸੇ ਦੇ ਸਕਾਂ। ਈਵਨ ਬਹੁਤ ਜ਼ਿਆਦਾ ਮਤਲਬ ਕਿ ਮੈਂ ਇਸ ਵਕਤ ਪਰੇਸ਼ਾਨ ਹਾਂ। ਨਾ ਮੇਰੇ ਡਾਕੂਮੈਂਟਸ ਹੈਗੇ, ਨਾ ਕੋਈ ਮੈਂ ਜੌਬ ਕਰ ਸਕਦੀ। ਮੈਂ ਜੱਜ ਅੱਗੇ ਇਹ ਰਿਕੁਐਸਟ ਕੀਤੀ ਸੀ ਸਰ ਦੇ ਕਿ ਸਰ ਪਲੀਜ਼ ਕਿ ਮੈਂ ਇਹ ਆਪਣਾ ਕੇਸ ਮੈਂ ਆਪ ਕਰ ਸਕਦੀ ਹਾਂ, ਖੁਦ ਲੜ ਸਕਦੀ ਹਾਂ ਇਹ ਬਹਿਸ, ਕਿਉਂਕਿ ਕਮ ਸੇ ਕਮ ਮੈਨੂੰ ਪਤਾ ਤਾਂ ਚੱਲੇ ਮੇਰੇ ਕੇਸ ਵਿੱਚ ਹੋ ਕੀ ਰਿਹਾ ਆ। ਮੇਰੀ ਵਾਰੀ ਕਹਿੰਦੇ ਆ ਜੀ ਤੇ ਤਰੀਕ ਹੀ ਨਹੀਂ ਪਈ, ਅੱਜ ਜੱਜ ਨਹੀਂ ਬੈਠਿਆ, ਕਦੀ ਕੁਛ ਹੋ ਰਿਹਾ। ਠੀਕ ਹੈ ਜੀ। ਇੰਨਾ ਕੁ ਜ਼ਿਆਦਾ ਮਤਲਬ ਕਿ ਪਰੇਸ਼ਾਨ ਕੀਤਾ ਜਾ ਰਿਹਾ ਕਿ ਸਾਰੇ ਸਬੂਤ ਹੋਣ ਦੇ ਬਾਵਜੂਦ ਪੁਲਿਸ ਮੈਨੂੰ ਟੌਰਚਰ ਕਰ ਰਹੀ ਆ। ਕਹਿੰਦੇ ਕਿ ਅਗਰ ਤੂੰ ਮਰ ਵੀ ਗਈ ਤਾਂ ਅਸੀਂ ਇਹ ਸ਼ੋਅ ਕਰਾਂਗੇ ਕਿ ਕੁੜੀ ਡਿਪਰੈਸ਼ਨ ਸੀ, ਸੁਸਾਈਡ ਕਰ ਲਿਆ। ਤੇ ਸੁਸਾਈਡ ਤਾਂ ਮੈਂ ਹੁਣ ਕਰਦੀ ਨਹੀਂ। ਪਹਿਲਾਂ ਕੋਸ਼ਿਸ਼ ਕੀਤੀ ਸੀ, ਹੁਣ ਸੁਸਾਈਡ ਨਹੀਂ ਕਰੂੰਗੀ, ਕਿਉਂਕਿ ਐਦਾਂ ਦੇ ਆਫਿਸਰਾਂ ਦੀ ਜਦ ਤੱਕ ਯੂਨੀਫਾਰਮ ਨਹੀਂ ਨਾ ਲਹਾਉਂਦੇ ਉਦੋਂ ਤੱਕ ਕੁੜੀਆਂ ਕਦੀ ਵੀ ਸੜਕਾਂ ਤੋਂ ਘਰ ਨਹੀਂ ਜਾਊਗੀਆਂ। ਤੁਸੀਂ ਦੇਖਿਆ ਜੀ 11 ਮਹੀਨਿਆਂ ਤੋਂ ਇਹ ਲੜਕੀ ਸਿਰਫ ਆਪਣੀ ਮਦਰ ਨੂੰ ਮਿਲਣ ਦੇ ਲਈ ਫਾਈਟ ਕਰ ਰਹੀ ਹੈ। ਕੁਝ ਵੀ ਨਹੀਂ ਉਹਦੀ ਮੰਗ ਹੈ, ਸਿਰਫ ਇੰਨੀ ਹੀ ਮੰਗ ਹੈ ਕਿ ਉਹਨੂੰ ਉਹਦੀ ਮੰਮਾ ਦੇ ਨਾਲ ਮਿਲਾ ਦਿੱਤਾ ਜਾਵੇ ਔਰ ਉਹਦੀ ਮੰਮਾ ਦਾ ਇਲਾਜ ਕਰਵਾ ਦਿੱਤਾ ਜਾਵੇ। ਇੱਕ ਵੱਡੀ ਗੱਲ ਜੋ ਸਾਹਮਣੇ ਆ ਰਹੀ ਹੈ ਸਾਡੀ ਇਹਨਾਂ ਦੇ ਨਾਲ ਗੱਲਬਾਤ ਦੌਰਾਨ ਕਿ ਇਹਨਾਂ ਦੇ ਉੱਪਰ ਇਹਨਾਂ ਦੇ ਭਰਾਵਾਂ ਵੱਲੋਂ ਪਰਮਾਨੈਂਟ ਇੰਜੈਕਸ਼ਨ ਦਾ ਕੇਸ ਕੀਤਾ ਗਿਆ, ਜਿਹਦੀ ਕਿ ਬਹਿਸ ਕਰਨ ਲਈ ਜੱਜ ਵੱਲੋਂ ਇਹਨਾਂ ਨੂੰ ਖੁਦ ਨੂੰ ਪਰਮਿਸ਼ਨ ਦਿੱਤੀ ਗਈ ਹੈ ਕਿ ਇਹ ਆਪਣੀ ਬਹਿਸ ਆਪਣੇ ਕੇਸ ਦੀ ਖੁਦ ਕਰ ਸਕਦੀ ਹੈ। ਸਾਡੇ ਵੱਲੋਂ ਵੀ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜ਼ਰੂਰ ਇਸ ਬੱਚੀ ਦੀ ਗੱਲ ਸੁਣੀ ਜਾਵੇ ਔਰ ਇਸ ਦੀ ਮਦਰ ਦੇ ਨਾਲ ਇਸ ਨੂੰ ਮਿਲਾਇਆ ਜਾਵੇ। ਕੈਮਰਾਮੈਨ ਵਿਕਾਸ ਦੇ ਨਾਲ ਇੰਦਰਜੀਤ ਕੌਰ, ਧੰਨਵਾਦ।